ਸ੍ਰੀ ਅਕਾਲ। ਮੈਂ ਸੁਸ਼ੀਲ ਤੁਹਾਡਾ ਚੌਧਰੀ ਅਕੈਡਮੀ ਦੇ ਵਿੱਚ ਸਵਾਗਤ ਕਰਦਾ ਹਾਂ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਹਿਸਟਰੀ ਦੇ ਕੁਝ ਮਹੱਤਵਪੂਰਨ ਕੁਐਸਚਨ ਜੋ ਕਿ ਤੁਹਾਡੇ ਆਉਣ ਵਾਲੇ ਪੰਜਾਬ ਦੀ ਸਾਰੇ ਪੇਪਰਾਂ ਲਈ ਬਹੁਤ ਹੀ ਜ਼ਰੂਰੀ ਹਨ। ਇਸ ਤੋਂ ਇਲਾਵਾ ਮੈਂ ਕਈ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਕੀਤੀਆਂ ਹੋਈਆਂ ਹਨ। ਜਿਨ੍ਹਾਂ ਨੇ ਮੇਰੀਆਂ ਪਿਛਲੀ ਵੀਡੀਓ ਨਹੀਂ ਦੇਖੀਆਂ ਉਹ ਮੇਰੇ ਚੈਨਲ 'ਤੇ ਜਾ ਕੇ ਪਿਛਲੀ ਵੀਡੀਓ ਜ਼ਰੂਰ ਦੇਖ ਲੈਣ। ਅੱਜ ਦਾ ਪਹਿਲਾ ਕੁਐਸਚਨ ਹੈ, ਹੇਠ ਲਿਖੇ ਵਿੱਚੋਂ ਭਾਰਤ ਦਾ ਪਹਿਲਾ ਵਾਇਸਰਾਏ ਕੌਣ ਸੀ? ਲਾਰਡ ਕਾਰਨਵਾਲਿਸ, ਪੀਟਾ, ਲਾਰਡ ਕੈਨਿੰਗ, ਰੌਬਰਟ ਕਲਾਈਵ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਲਾਰਡ ਕੈਨਿੰਗ। ਹੇਠ ਲਿਖੀਆਂ ਵਿੱਚੋਂ ਕਿਸ ਨੇ ਰਾਜ ਅਗਵਾ ਨੀਤੀ ਲਾਗੂ ਕੀਤੀ? ਲਾਰਡ ਕੈਨਿੰਗ, ਲਾਰਡ ਡਲਹੌਜੀ, ਲਾਰਡ ਹੈਸਟਿੰਗ, ਲਾਰਡ ਰਿਪਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਲਾਰਡ ਡਲਹੌਜੀ। ਭਾਰਤ ਦਾ ਆਖਰੀ ਵਾਇਸਰਾਏ ਕੌਣ ਸੀ? ਲਾਰਡ ਲਿੰਗਲਿਥੋਗੋ, ਲਾਰਡ ਮਾਊਂਟਬੇਟਨ, ਲਾਰਡ ਬੇਵਲ, ਕਲਾਈਮੇਟ ਐਟਲੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਲਾਰਡ ਮਾਊਂਟਬੇਟਨ। ਸੁਤੰਤਰ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਲਾਰਡ ਐਟਲੀ, ਲਾਰਡ ਮਾਊਂਟਬੇਟਨ, ਸੀ ਰਾਜ ਗੋਪਾਲਚਾਰੀ, ਡਾਕਟਰ ਰਜਿੰਦਰ ਪ੍ਰਸਾਦ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਲਾਰਡ ਮਾਊਂਟਬੇਟਨ। ਸੁਤੰਤਰ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਸੀ ਰਾਜ ਗੋਪਾਲਚਾਰੀ, ਐਸ ਰਾਧਾ ਕਿਸ਼ਨ, ਲਾਰਡ ਮਾਊਂਟਬੇਟਨ, ਲਾਰਡ ਬੇਵਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਲਾਰਡ ਮਾਊਂਟਬੇਟਨ। ਕਿਸ ਗਵਰਨਰ ਜਨਰਲ ਦੇ ਕਾਰਜਕਾਲ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਦਾ ਗਠਨ ਕੀਤਾ ਗਿਆ ਸੀ? ਲਾਰਡ ਰਿਪਨ, ਵਿਲੀਅਮ ਬੈਂਟਿੰਗ, ਲਾਰਡ ਡਫਰਿਨ, ਲਾਰਡ ਕਰਜ਼ਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਲਾਰਡ ਡਫਰਿਨ। ਲਾਰਡ ਕਰਜ਼ਨ ਦੇ ਖਾਸ ਕਰਕੇ ਅਣਵੰਡੇ ਪੰਜਾਬ ਸੂਬੇ ਵਿੱਚ ਰਹਿਣ ਵਾਲੇ ਲੋਕਾਂ ਦੇ ਸੰਬੰਧ ਵਿੱਚ ਹੇਠ ਲਿਖੇ ਵਿੱਚੋਂ ਕਿਸ ਨੂੰ ਸਭ ਤੋਂ ਵੱਧ ਉਪਯੋਗੀ ਅਤੇ ਮਹੱਤਵਪੂਰਨ ਸੁਧਾਰ ਮੰਨਿਆ ਜਾ ਸਕਦਾ ਹੈ? ਵਿਦਿਅਕ ਸੁਧਾਰ, ਪੁਲਿਸ ਸੁਧਾਰ, ਉਦਯੋਗਿਕ ਸੁਧਾਰ, ਖੇਤੀਬਾੜੀ ਸੁਧਾਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਖੇਤੀਬਾੜੀ ਸੁਧਾਰ। ਕਿਹੜਾ ਬ੍ਰਿਟਿਸ਼ ਵਾਇਸਰਾਏ ਬੰਗਾਲ ਦੀ ਵੰਡ ਨਾਲ ਸੰਬੰਧਿਤ ਹੈ? ਲਾਰਡ ਕੈਨਿੰਗ, ਲਾਰਡ ਕਰਜ਼ਨ, ਲਾਰਡ ਹਾਰਡਿੰਗ, ਲਾਰਡ ਵੈਲੇਸਲੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਲਾਰਡ ਕਰਜ਼ਨ। ਲਾਰਡ ਕਰਜ਼ਨ ਦੇ ਵਾਇਸਰਾਏ ਦੇ ਕਾਰਜਕਾਲ ਦੌਰਾਨ ਹੇਠ ਲਿਖੀਆਂ ਵਿੱਚੋਂ ਕਿਹੜੀਆਂ ਘਟਨਾਵਾਂ ਨਹੀਂ ਵਾਪਰੀਆਂ? ਬੰਗਾਲ ਦੀ ਵੰਡ, ਪੁਰਾਤਨਵ ਵਿਭਾਗ ਦੀ ਸਥਾਪਨਾ, ਦੂਜਾ ਦਿੱਲੀ ਦਰਬਾਰ, ਭਾਰਤੀ ਰਾਸ਼ਟਰੀ ਕਾਂਗਰਸ ਦਾ ਗਠਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਭਾਰਤੀ ਰਾਸ਼ਟਰੀ ਕਾਂਗਰਸ ਦਾ ਗਠਨ। ਭਾਰਤ ਵਿੱਚ ਸਥਾਨਿਕ ਸਵੈ ਸ਼ਾਸਨ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਸੀ? ਲਾਰਡ ਰਿਪਨ, ਲਾਰਡ ਹਾਰਡਿੰਗ, ਲਾਰਡ ਡਲਹੌਜੀ, ਲਾਰਡ ਲਿਟਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਲਾਰਡ ਰਿਪਨ। ਪਿਟਸ ਇੰਡੀਆ ਐਕਟ ਦੇ ਤਹਿਤ ਹੇਠਾਂ ਦਿੱਤੇ ਵਿੱਚੋਂ ਕਿਸ ਦੀ ਸਥਾਪਨਾ ਕੀਤੀ ਗਈ ਸੀ?
विदेशी अदालत, कंट्रोल बोर्ड, मालिया बोर्ड, स्थाई कौंसिल। इस दा सही आंसर होएगा ऑप्शन नंबर बी कंट्रोल बोर्ड। किस चार्टर एक्ट ने चीन नाल ईस्ट इंडिया कंपनी दी ਵਪਾਰਕ ਏਕਾਧਿਕਾਰ ਨੂੰ ਖਤਮ ਕੀਤਾ? ਚਾਰਟਰ ਐਕਟ 1793, ਚਾਰਟਰ ਐਕਟ 1813, ਚਾਰਟਰ ਐਕਟ 1833, ਚਾਰਟਰ ਐਕਟ 1853। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ ਚਾਰਟਰ ਐਕਟ 1833। ਭਾਰਤ ਵਿੱਚ ਫਿਰਕੂ ਹਲਕਿਆਂ ਦੀ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ? ਭਾਰਤੀ ਕੌਂਸਲ ਐਕਟ 1892, 1909 ਦੇ ਮਿੰਟੋ ਮੋਰਲੇ ਸੁਧਾਰ, 1919 ਦੇ ਮੌਂਟਗੂ ਚੈਮਸਫੋਰਡ ਸੁਧਾਰ, ਭਾਰਤ ਸਰਕਾਰ ਦਾ ਐਕਟ 1935। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ 1909 ਦੇ ਮਿੰਟੋ ਮੋਰਲੇ ਸੁਧਾਰ। ਇੰਡੀਅਨ ਕੌਂਸਲ ਐਕਟ 1909 ਦਾ ਪ੍ਰਸਿੱਧ ਨਾਮ ਹੈ? ਸੰਸਦ ਦਾ ਐਕਟ, ਮੌਂਟਗੂ ਚੈਮਸਫੋਰਡ ਸੁਧਾਰ, ਮਿੰਟੋ ਮੋਰਲੇ ਸੁਧਾਰ, ਨਿਆਂਪਾਲਿਕਾ ਐਕਟ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ ਮਿੰਟੋ ਮੋਰਲੇ ਸੁਧਾਰ। ਕਿਸ ਐਕਟ ਦੀ ਮਹੱਤਵਪੂਰਨ ਵਿਸ਼ੇਸ਼ਤਾ ਸੂਬਾਈ ਖੁਦਮੁਖਤਿਆਰੀ ਸੀ? 1935, 1919, 1909, 1858। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ 1935। ਉਹ ਵਿਅਕਤੀ ਜਿਸ ਨੇ 1919 ਦੇ ਐਕਟ ਵਿੱਚ ਦੋਹਰੇ ਸ਼ਾਸਨ ਦੀ ਧਾਰਨਾ ਪੇਸ਼ ਕੀਤੀ ਸੀ? ਮੌਂਟਗੂ, ਤੇਜ ਬਹਾਦਰ ਛਪਰੂ, ਲੀਨਲ ਕਸਟਿਲ, ਚੈਮਸਫੋਰਡ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ ਮੌਂਟਗੂ। ਰੋਲ ਐਕਟ 1919 ਕਿਸ ਦੇ ਅਰਸੇ ਦੌਰਾਨ ਲਾਗੂ ਕੀਤਾ ਗਿਆ ਸੀ? ਲਾਰਡ ਚੈਮਸਫੋਰਡ, ਲਾਰਡ ਵਿਲੀਅਮ, ਲਾਰਡ ਮਿੰਟੋ, ਲਾਰਡ ਬੈਂਟਿੰਗ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ ਲਾਰਡ ਚੈਮਸਫੋਰਡ। ਭਾਰਤ ਸਰਕਾਰ ਐਕਟ 1935 ਕਿਸ ਤੇ ਆਧਾਰਿਤ ਸੀ? ਸਾਈਮਨ ਕਮਿਸ਼ਨ, ਲਾਰਡ ਕਰਜ਼ਨ ਕਮਿਸ਼ਨ, ਦਿਮਿਤਰੋਵ ਥੀਮਸਿਸ, ਲਾਰਡ ਕਲਾਈਵ ਦੀ ਰਿਪੋਰਟ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ ਸਾਈਮਨ ਕਮਿਸ਼ਨ। 1940 ਤੋਂ 46 ਈਸਵੀ ਦੌਰਾਨ ਕਾਂਗਰਸ ਦਾ ਪ੍ਰਧਾਨ ਕੌਣ ਸੀ? ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਡਾਕਟਰ ਰਜਿੰਦਰ ਪ੍ਰਸਾਦ, ਮੌਲਾਨਾ ਆਜ਼ਾਦ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ ਮੌਲਾਨਾ ਆਜ਼ਾਦ। ਭਾਰਤ ਵਿੱਚ ਬ੍ਰਿਟਿਸ਼ ਭੂਮੀ ਮਾਲੀਆ ਪ੍ਰਣਾਲੀ ਤੋਂ ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਸਭ ਤੋਂ ਵੱਧ ਲਾਭ ਹੋਇਆ? ਹਿੱਸੇਦਾਰ, ਕਿਸਾਨ, ਮਕਾਨ ਮਾਲਕ, ਖੇਤੀਬਾੜੀ ਮਜ਼ਦੂਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ ਮਕਾਨ ਮਾਲਿਕ। ਵਿਦੇਸ਼ੀ ਵਸਤੂਆਂ ਦਾ ਬਾਈਕਾਟ ਕਰਨ ਲਈ ਗਾਂਧੀ ਜੀ ਦੇ ਅੰਦੋਲਨ ਦਾ ਉਦੇਸ਼ ਸੀ? ਪੂਰੀ ਆਜ਼ਾਦੀ, ਬ੍ਰਿਟਿਸ਼ ਵਿਰੋਧੀ ਭਾਵਨਾ ਪੈਦਾ ਕਰਨਾ, ਕਲਿਆਣਕਾਰੀ ਰਾਜ ਦੀ ਤਰੱਕੀ, ਕਾਟੇਜ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ ਕਾਟੇਜ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ।
ਬ੍ਰਿਟਿਸ਼ ਸ਼ਾਸਨ ਦੌਰਾਨ ਭਾਰਤ ਲਈ ਸਕੱਤਰ ਦਾ ਕੀ ਅਰਥ ਸੀ? ਉਹ ਅਧਿਕਾਰੀ ਜਿਸ ਨੇ ਭਾਰਤ ਦੇ ਵਾਇਸਰਾਏ ਦੇ ਸਕੱਤਰ ਵਜੋਂ ਕੰਮ ਕੀਤਾ। ਭਾਰਤ ਦੇ ਹਰੇਕ ਪ੍ਰੈਜ਼ੀਡੈਂਸੀ ਖੇਤਰ ਲਈ ਨਿਯੁਕਤ ਸਕੱਤਰ ਪੱਧਰ ਦਾ ਅਧਿਕਾਰੀ। ਇੱਕ ਬ੍ਰਿਟਿਸ਼ ਮੰਤਰੀ ਜਿਸ ਦੇ ਨਿਯੰਤਰਣ ਵਿੱਚ ਭਾਰਤ ਸਰਕਾਰ ਕੰਮ ਕਰਦੀ ਸੀ। ਵਾਇਸਰਾਏ ਦੁਆਰਾ ਨਿਯੁਕਤ ਇੱਕ ਸੀਨੀਅਰ ਅਧਿਕਾਰੀ ਜੋ ਭਾਰਤ ਦੇ ਅੰਦਰੂਨੀ ਪ੍ਰਸ਼ਾਸਨ ਦੀ ਦੇਖਭਾਲ ਕਰਦਾ ਸੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਇੱਕ ਬ੍ਰਿਟਿਸ਼ ਮੰਤਰੀ ਜਿਸ ਦੇ ਨਿਯੰਤਰਣ ਵਿੱਚ ਭਾਰਤ ਸਰਕਾਰ ਕੰਮ ਕਰਦੀ ਸੀ। ਹੇਠਾਂ ਲਿਖੀਆਂ ਵਿੱਚੋਂ ਕਿਹੜੀਆਂ ਗਾਂਧੀ ਜੀ ਦੀਆਂ ਸਭ ਤੋਂ ਮਹੱਤਵਪੂਰਨ ਸਿੱਖਿਆਵਾਂ ਹਨ? ਸੱਚ, ਅਹਿੰਸਾ, ਧਰਮ, ਸੱਤਿਆਗ੍ਰਹਿ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਸੱਚ ਅਤੇ ਅਹਿੰਸਾ। ਹੇਠ ਲਿਖੇ ਵਿੱਚੋਂ ਕੌਣ ਸਵਰਾਜ ਪਾਰਟੀ ਦੇ ਮੈਂਬਰ ਸਨ? ਮੋਤੀ ਲਾਲ ਨਹਿਰੂ, ਸਰਦਾਰ ਪਟੇਲ, ਗੋਪਾਲ ਕ੍ਰਿਸ਼ਨ ਗੋਖਲੇ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਮੋਤੀ ਲਾਲ ਨਹਿਰੂ। CR ਦਾਸ ਅਤੇ ਮੋਤੀ ਲਾਲ ਨਹਿਰੂ ਨੇ ਸਵਰਾਜ ਪਾਰਟੀ ਬਣਾਈ। ਸਵਦੇਸ਼ੀ ਅੰਦੋਲਨ ਤੋਂ ਬਾਅਦ, ਅਸਹਿਯੋਗ ਅੰਦੋਲਨ ਤੋਂ ਬਾਅਦ, ਸਿਵਲ ਨਫ਼ਰਤਨਾਮੀ ਅੰਦੋਲਨ ਤੋਂ ਬਾਅਦ, ਭਾਰਤ ਛੱਡੋ ਅੰਦੋਲਨ ਤੋਂ ਬਾਅਦ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਅਸਹਿਯੋਗ ਅੰਦੋਲਨ ਤੋਂ ਬਾਅਦ। 1927 ਵਿੱਚ ਬ੍ਰਸਲਜ਼ ਵਿੱਚ ਦਲਿਤ ਰਾਸ਼ਟਰਵਾਦੀਆਂ ਦੀ ਕਾਂਗਰਸ ਵਿੱਚ ਨੈਸ਼ਨਲ ਕਾਂਗਰਸ ਦੀ ਤਰਫੋਂ ਕਿਸ ਨੇ ਭਾਗ ਲਿਆ? ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਡਾਕਟਰ ਅੰਸਾਰੀ, ਮੋਤੀ ਲਾਲ ਨਹਿਰੂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਜਵਾਹਰ ਲਾਲ ਨਹਿਰੂ। ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਸੀ? ਸਰੋਜਨੀ ਨਾਇਡੂ, ਬੀਕਾਜੀ ਕਾਮਾ, ਐਨੀ ਬਸੈਂਟ, ਵਿਜੇ ਲక్ష్ਮੀ ਪੰਡਿਤ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਐਨੀ ਬਸੈਂਟ। ਪਾਪੇਟੀ ਕਿਸ ਧਰਮ ਦਾ ਤਿਉਹਾਰ ਹੈ? ਫਾਰਸੀ, ਜੈਨ, ਸਿੱਖ, ਬੋਧੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਪਾਰਸੀ। ਹੇਠ ਲਿਖੀਆਂ ਵਿੱਚੋਂ ਕਿਹੜਾ ਪ੍ਰਸਿੱਧ ਅਸਾਮੀ ਤਿਉਹਾਰ ਹੈ? ਮਕਰ ਸੰਕ੍ਰਾਂਤੀ, ਯੁਗਾਦੀ, ਓਨਮ, ਰੋਂਗਲੀ ਬਿਹੂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਰੋਂਗਲੀ ਬਿਹੂ। ਤਾਮਿਲਨਾਡੂ ਵਿੱਚ ਸਭ ਤੋਂ ਪ੍ਰਸਿੱਧ ਤਿਉਹਾਰ ਹੈ? ਗੁੜੀ ਪਦਵਾ, ਓਨਮ, ਬਿਹੂ, ਪੋਂਗਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਪੋਂਗਲ। ਹੇਠ ਲਿਖੀਆਂ ਭਾਸ਼ਾਵਾਂ ਵਿੱਚੋਂ ਕਿਹੜੀਆਂ ਨੂੰ ਕੇਂਦਰ ਸਰਕਾਰ ਨੇ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਹੈ? ਗੁਜਰਾਤੀ, ਤਾਮਿਲ, ਮਰਾਠੀ, ਮਲਿਆਲਮ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਤਾਮਿਲ। ਮਸ਼ਹੂਰ ਫਾਰਸੀ ਤਿਉਹਾਰ ਨੌਰੋਜ਼ ਕਿਸ ਨੇ ਸ਼ੁਰੂ ਕੀਤਾ? ਅਲਾਉਦੀਨ, ਖਲੀਲ, ਇਲਤੁਤਮਿਸ਼, ਫਿਰੋਜ਼ ਤੁਗਲਕ, ਬਲਬਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਬਲਬਨ। ਧਾਰਮਿਕ ਤਿਉਹਾਰ ਗਣੇਸ਼ ਚਤੁਰਥੀ ਕਿਸ ਰਾਜ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ? ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਮਹਾਰਾਸ਼ਟਰ। ਪੁਸ਼ਕਰ ਮੇਲਾ ਕਿੱਥੇ ਲਗਾਇਆ ਜਾਂਦਾ ਹੈ? ਜੋਧਪੁਰ, ਅਜਮੇਰ, ਜੈਪੁਰ, ਉਦੈਪੁਰ।
ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ ਅਜਮੇਰ। ਲਕਸ਼ਦੀਪ ਦੇ ਲੋਕ ਕਿਹੜੀ ਭਾਸ਼ਾ ਬੋਲਦੇ ਹਨ? ਮਲਿਆਲਮ, ਤਾਮਿਲ, ਕੰਨੜ, ਤੇਲਗੂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ ਮਲਿਆਲਮ। ਮਧੂਬਨੀ ਲੋਕ ਚਿੱਤਰਕਾਰੀ ਦੀ ਇੱਕ ਸ਼ੈਲੀ ਭਾਰਤ ਦੇ ਹੇਠ ਲਿਖੇ ਰਾਜਾਂ ਵਿੱਚੋਂ ਕਿਸ ਵਿੱਚ ਪ੍ਰਸਿੱਧ ਹੈ? ਬਿਹਾਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮੀ ਬੰਗਾਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ ਬਿਹਾਰ। ਲਲਿਤ ਕਲਾ ਅਕੈਡਮੀ ਇਹਨਾਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ? ਲਲਿਤ ਕਲਾ, ਸਾਹਿਤ, ਸੰਗੀਤ, ਡਾਂਸ ਅਤੇ ਡਰਾਮਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ ਲਲਿਤ ਕਲਾ। ਭਾਰਤ ਮਾਤਾ ਨਾਮ ਦੀ ਮਸ਼ਹੂਰ ਪੇਂਟਿੰਗ ਦਾ ਚਿੱਤਰਕਾਰ ਕੌਣ ਸੀ? ਗਗਨੇਂਦਰ ਨਾਥ ਟੈਗੋਰ, ਅਬਨਿੰਦਰ ਨਾਥ ਟੈਗੋਰ, ਨੰਦ ਲਾਲ ਬੋਸ, ਜਾਮਨੀ ਰਾਏ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ ਅਬਨਿੰਦਰ ਨਾਥ ਟੈਗੋਰ। ਉੱਘੀ ਸ਼ਖਸੀਅਤ ਅੰਮ੍ਰਿਤਾ ਸ਼ੇਰਗਿੱਲ ਦਾ ਜਨਮ ਸਥਾਨ ਹੈ? ਹੰਗਰੀ, ਭਾਰਤ, ਆਸਟਰੀਆ, ਪੋਲੈਂਡ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ ਹੰਗਰੀ। ਕੇਰਲ ਦੇ ਰਾਜਾ ਰਵੀ ਵਰਮਾ ਇੱਕ ਉੱਘੀ ਸ਼ਖਸੀਅਤ ਸਨ? ਡਾਂਸਰ, ਚਿੱਤਰਕਾਰ, ਕਵੀ, ਗਾਇਕ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ ਚਿੱਤਰਕਾਰ। ਜਾਮਨੀ ਰਾਏ ਨੇ ਆਪਣੇ ਆਪ ਨੂੰ ਕਿਸ ਖੇਤਰ ਵਿੱਚ ਵੱਖਰਾ ਕੀਤਾ? ਬੈਡਮਿੰਟਨ, ਪੇਂਟਿੰਗ, ਥੀਏਟਰ, ਮੂਰਤੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ ਪੇਂਟਿੰਗ। ਹੰਸ ਦਮਯੰਤੀ ਦੀ ਰਚਨਾ ਕਿਸ ਨੇ ਬਣਾਈ? ਅੰਜਲੀ ਈਲਾ ਮੈਨਨ, ਅਮਰਿੰਦਰ ਨਾਥ ਟੈਗੋਰ, ਅੰਮ੍ਰਿਤਾ ਸ਼ੇਰਗਿੱਲ, ਰਾਜਾ ਰਵੀ ਵਰਮਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ ਰਾਜਾ ਰਵੀ ਵਰਮਾ। ਉਹ ਕਿਹੜਾ ਖੇਤਰ ਹੈ ਜਿਸ ਵਿੱਚ ਪ੍ਰਦੋਸ਼ ਦਾਸਗੁਪਤਾ ਨੇ ਆਪਣੇ ਆਪ ਨੂੰ ਵੱਖਰਾ ਕੀਤਾ? ਮੂਰਤੀ, ਪੇਂਟਿੰਗ, ਇੰਸਟਰੂਮੈਂਟਲ ਸੰਗੀਤ, ਹਿੰਦੁਸਤਾਨੀ ਸੰਗੀਤ, ਵੋਕਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ ਮੂਰਤੀ। ਬੰਗਾਲ ਸਕੂਲ ਆਫ ਆਰਟਸ ਦਾ ਸੰਸਥਾਪਕ ਕੌਣ ਸੀ? ਨੰਦ ਲਾਲ ਬੋਸ, BC ਸਨਿਆਲ, ਜਾਮਨੀ ਰਾਏ, ਅਬਨਿੰਦਰ ਨਾਥ ਟੈਗੋਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ ਅਬਨਿੰਦਰ ਨਾਥ ਟੈਗੋਰ। ਰਾਜਸਥਾਨੀ ਅਤੇ ਪਹਾੜੀ ਕਲਾ ਸ਼ੈਲੀਆਂ ਲਈ ਮਸ਼ਹੂਰ ਹਨ? ਸੰਗੀਤ, ਡਾਂਸ, ਮੂਰਤੀ, ਪੇਂਟਿੰਗ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ ਪੇਂਟਿੰਗ। ਲੋਕ ਚਿੱਤਰ ਮਧੂਬਨੀ ਕਿਸ ਰਾਜ ਵਿੱਚ ਪ੍ਰਸਿੱਧ ਹੈ? ਪੱਛਮੀ ਬੰਗਾਲ, ਉੜੀਸਾ, ਬਿਹਾਰ, ਅਸਾਮ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ ਬਿਹਾਰ। ਗੰਧਾਰ ਕਲਾ ਦਾ ਵਿਕਾਸ ਕਿਸ ਕਾਲ ਵਿੱਚ ਹੋਇਆ? ਗੁਪਤ, ਮੌਰਿਆ, ਸਤਵਾਹਨ, ਕੁਸ਼ਾਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ ਕੁਸ਼ਾਨ। ਅਜੰਤਾ ਦੀਆਂ ਪੇਂਟਿੰਗਾਂ ਕੀ ਦਰਸਾਉਂਦੀਆਂ ਹਨ? ਰਾਮਾਇਣ, ਮਹਾਭਾਰਤ, ਜਾਤਕ, ਪੰਚਤੰਤਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ ਜਾਤਕ। ਤਾਂ ਇਹ ਸਨ ਅੱਜ ਇੰਡੀਅਨ ਹਿਸਟਰੀ ਦੇ ਕੁਝ ਮਹੱਤਵਪੂਰਨ ਕੁਐਸਚਨ ਜੋ ਕਿ ਤੁਹਾਡੇ ਆਉਣ ਵਾਲੇ ਪੰਜਾਬ ਦੇ ਸਾਰੇ ਪੇਪਰਾਂ ਲਈ ਬਹੁਤ ਹੀ ਜ਼ਰੂਰੀ ਸਨ। ਮੈਂ ਆਸ਼ਾ ਕਰਦਾ ਹਾਂ
ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਕਿੱਦਾਂ ਰਹੀ ਕਲਾਸ ਮੈਨੂੰ ਜ਼ਰੂਰ ਕਮੈਂਟ ਕਰਿਓ। ਮੇਰੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇਸ ਤੋਂ ਇਲਾਵਾ ਮੈਂ ਕਈ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਕੀਤੀਆਂ ਹੋਈਆਂ ਹਨ। ਜਿਨ੍ਹਾਂ ਨੇ ਮੇਰੀਆਂ ਪਿਛਲੀ ਵੀਡੀਓ ਨਹੀਂ ਦੇਖੀਆਂ ਉਹ ਮੇਰੇ ਚੈਨਲ 'ਤੇ ਜਾ ਕੇ ਪਿਛਲੀ ਵੀਡੀਓ ਜ਼ਰੂਰ ਦੇਖ ਲੈਣ। ਅਤੇ ਹੁਣ ਮੈਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ। ਤਬ ਲਈ ਸਤਿ ਸ੍ਰੀ ਅਕਾਲ।